ਜਿਹੜੇ ਹਾਜ਼ਰੀਆਂ ਲਵਾ ਕੇ ਸ਼ੰਭੂ ਮੋਰਚੇ ਤੇ ਗਏ ਨੇ, ਬੇਸ਼ੱਕ ਸੁਖਪਾਲ ਸਿੰਘ ਖਹਿਰਾ ਹੋਣ, ਬੈਂਸ ਬ੍ਰਦਰ ਹੋਣ ਜਾਂ ਹੋਰ XY ਜਿਹੜੇ ਲੀਡਰਸ ਨੇ ਸਾਡੇ, ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ ਕਿ ਉਹ ਜੋ ਗੱਲਾਂ ਕਰਕੇ ਗਏ, ਤੁਹਾਨੂੰ ਲੱਗਦਾ ਹੈ ਵੀ ਉਹ ਵੀ ਦਿੱਲੀ ਜਾ ਕੇ ਤੁਹਾਡੇ ਨਾਲ ਬਰਾਬਰੀ ਤੇ ਬੈਠਣਗੇ ਜਿੰਨੀਆਂ ਗੱਲਾਂ ਕਰਕੇ ਗਏ? ਹਾਂਜੀ, ਅਸੀਂ ਤਾਂ ਆਸ ਇਹੀ ਕਰਦੇ ਹਾਂ। ਸਾਡੀ ਸਾਰੀ ਪੋਲੀਟੀਕਲ ਕਲਾਸ ਆ ਜਿਹੜੀ ਪੰਜਾਬ ਦੀ, ਉਹਨਾਂ ਤੋਂ ਆਸ ਇਹੀ ਕਰਦੇ ਹਾਂ ਵੀ ਆਓ ਦਿੱਲੀ ਨੂੰ, ਉੱਥੇ ਆਓ, ਬੈਠੋ ਸਾਡੇ ਨਾਲ, ਆਪਾਂ ਦਿੱਲੀ ਮੋਰਚਾ ਕੱਢੀਏ। ਹੁਣ ਕਦੋਂ ਤੱਕ ਪੰਜਾਬ ਬੈਠੇ ਰਹਾਂਗੇ? ਹੁਣ ਪ੍ਰੈਸ਼ਰ ਪੁਆਇੰਟਸ ਸਾਨੂੰ ਚੇਂਜ ਕਰਨੇ ਪੈਣੇ ਆ, ਨਵੀਂ ਰਣਨੀਤੀ ਡਿਫਾਈਨ ਕਰਕੇ ਨਵੇਂ ਢੰਗ ਅਪਣਾਉਣੇ ਪੈਣੇ ਆ, ਕਿਉਂਕਿ ਜਿਹੜੀ ਸਰਕਾਰ ਨਾਲ ਲੜ ਰਹੇ ਆ ਉੱਥੇ ਲਿਟਰਲੀ ਇਹ ਜਜ਼ਬਾ ਜ਼ਰੂਰੀ ਆ, ਉਹ ਸਰਕਾਰ ਨੇ ਅਦਰਵਾਈਜ਼ ਮੰਨਣਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਨੂੰ ਚਾਲੇ ਪੈ ਚੁੱਕੇ ਨੇ, ਅੰਬਾਲੇ ਪਹੁੰਚ ਗਏ ਆ ਅਸੀਂ। ਦੀਪ, ਕੀ ਸੁਨੇਹਾ ਦੋਗੇ, ਕਿਉਂਕਿ ਤੁਸੀਂ ਬਾਰ-ਬਾਰ ਇਹੀ ਅਪੀਲ ਕਰ ਰਹੇ ਕਿ ਜੋ ਘਰਾਂ 'ਚ ਬੈਠੇ ਨੇ ਉਹ ਮੋਰਚਿਆਂ ਤੇ ਪਹੁੰਚਣ? ਹਾਂਜੀ, ਹੁਣ ਤਾਂ ਦਿੱਲੀ ਪਹੁੰਚਣ, ਹੁਣ ਜਾ ਕੇ ਮੋਰਚੇ ਦਿੱਲੀ ਕੱਢਣੇ ਆ ਜੀ। ਤੇ ਪੰਜਾਬ ਦੀ ਤਿਆਰੀ ਆ, ਪੰਜਾਬ ਸਾਰਾ ਹੀ ਸੰਘਰਸ਼ 'ਚ ਹੈ ਇਸ ਵੇਲੇ। ਤਾਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਸਰਕਾਰ ਜਿਹੜੀ ਹਜੇ ਤੱਕ ਆਪਦੀ ਐਰੋਗੈਂਸ ਦਿਖਾ ਰਹੀ ਸੀ, ਇਸ ਤੋਂ ਬਾਅਦ ਸਰਕਾਰ ਨੂੰ ਜਿਹੜਾ ਸੰਘਰਸ਼ ਦਾ ਜਾਂ ਇਸ ਅੰਦੋਲਨ ਦਾ ਸੀਰੀਅਸਨੈਸ ਆ, ਇੰਟੈਂਸਿਟੀ ਆ, ਤਿੱਖਾਪਣਾ ਹੁਣ ਪਤਾ ਲੱਗੂ। ਤੇ ਜੇ ਕਿਤੇ ਆਹ ਪੰਜਾਬ, ਹਰਿਆਣਾ, ਯੂਪੀ ਵਾਲੇ, ਰਾਜਸਥਾਨ ਵਾਲੇ ਕਿਸਾਨ ਜਾਂ ਹੋਰ ਪਾਸਿਓਂ ਕਿਸਾਨ ਦਿੱਲੀ ਆ ਗਏ, ਉੱਥੇ ਲੱਖਾਂ ਬੰਦਿਆਂ ਨੇ ਇਕੱਠੇ ਹੋ ਜਾਣਾ। ਦਿੱਲੀ ਇੱਕ ਵਾਰੀ ਤਾਂ ਰੋਕ ਦੇਣਗੇ। ਸੋ ਹੁਣ ਦੇਖਦੇ ਹਾਂ ਸਰਕਾਰ ਕਿੱਥੋਂ ਤਾਈਂ ਜਾਂਦੀ ਹੈ ਜੀ। ਸਾਡੇ ਤਾਂ ਨਹੀਂ ਰੁਕ ਰਹੇ, ਸਾਡੇ ਵਾਲੇ ਤਾਂ ਹੀ ਰੁਕ ਰਹੇ, ਪਰ ਸਰਕਾਰ ਜਿਹੜੇ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਨੇ, ਸਰਕਾਰ ਜਿੱਦਾਂ ਬਾਰ-ਬਾਰ ਕਹਿ ਰਹੀ ਹੈ ਕਿ ਉਹਦੀ ਜੋਸ਼ ਹੀ ਨੌਜਵਾਨਾਂ 'ਚ ਇੰਨਾ ਆ, ਸਲੋ ਕੀ ਕਰਵਾਈਏ, ਉਹ ਸਲੋ ਹੋ ਹੀ ਨਹੀਂ ਰਿਹਾ। ਤੇ ਕੀ ਕਹੋਗੇ, ਸਰਕਾਰ ਜਿਹੜੇ ਤਰੀਕੇ ਦੇ ਨਾਲ ਹੁਣ ਲੱਗੀ ਹੋਈ ਹੈ ਕਿ 3 ਤਰੀਕ ਨੂੰ ਆ ਜਾਓ ਮੀਟਿੰਗ ਵਾਸਤੇ ਜਾਂ 6 ਤਰੀਕ ਨੂੰ ਆ ਜਾਓ? ਸਰਕਾਰ ਦੇਖੋ, ਮੀਟਿੰਗ ਤਾਂ ਹੁਣ ਚਾਹੀਦੀ ਸੀ ਨਾ ਜੀ। ਜੇ 3 ਤਰੀਕ ਨੂੰ ਮੀਟਿੰਗ ਕਰਨੀ ਹੈ, ਕੋਈ ਨਹੀਂ, ਬੈਠੇ ਆ ਫਿਰ ਦਿੱਲੀ, 3 ਤਰੀਕ ਨੂੰ ਮੀਟਿੰਗ ਕਰ ਲੈਣ। ਹੁਣ ਤਾਂ ਤੁਸੀਂ ਦੇਖੋ ਵੀ ਰੌਲਾ ਪਾਉਂਦੇ ਜਾ ਰਹੇ ਆ ਜੀ। ਜਜ਼ਬਾ ਦੇਖੋ ਲੋਕਾਂ 'ਚ, ਲੋਕਾਂ ਨੂੰ ਹੁਣ ਪਰਵਾਹ ਨਹੀਂ ਆ, ਜਦੋਂ ਘਰੋਂ ਹੀ ਤੁਰ ਪਏ। ਹੁਣ ਤੁਸੀਂ ਜੋ ਮਰਜ਼ੀ ਕਰ ਲਓ। ਹੁਣ ਦੇਖਦੇ ਆਂ ਵੀ ਕਿੱਧਰ ਨੂੰ ਗੱਲ ਜਾਂ ਵਹਿਣ ਕਿੱਧਰ ਨੂੰ ਵਹਿੰਦਾ। ਸੋ ਗੱਲ ਇਹ ਹੈ ਜੀ, ਇਸ ਟਾਈਮ ਮੈਂ ਹਮੇਸ਼ਾ ਕਹਿ ਰਿਹਾ ਸੀ ਵੀ ਇਸ ਅੰਦੋਲਨ ਨੇ ਸਾਰੀ ਜੀਓਪੋਲਿਟਿਕਸ ਨੂੰ ਬਦਲ ਦੇਣਾ, ਔਰ ਉਹ ਸਿਚੁਏਸ਼ਨ ਬਣਦੀ ਨਜ਼ਰ ਆ ਰਹੀ ਹੈ ਕਿ ਨਹੀਂ ਆ ਰਹੀ? ਤੁਹਾਡੇ ਸਾਹਮਣੇ ਆ। ਸਾਰੀ ਇਸ ਪੋਲੀਟੀਕਲ ਸਟਰਕਚਰ ਨੂੰ ਬਦਲ ਦੇਣਾ ਇਸ ਅੰਦੋਲਨ ਨੇ। ਔਰ ਇਹਦੇ ਤੁਹਾਨੂੰ ਹਜੇ ਜਿਹੜੇ ਅਸਲ ਸਿੱਟੇ ਆ ਉਹ ਤੁਰੰਤ ਸ਼ਾਇਦ ਨਾ ਦਿਖਣ, ਪਰ ਜਿਹੜੀ ਇਹ ਧੁਖੂਗੀ ਨਾ ਅੱਗ ਅੰਦਰ, ਪਾਥੀ ਵਾਂਗੂ, ਜਿਵੇਂ ਪਾਥੀ ਅੰਦਰੋਂ ਧੁਖਦੀ ਰਹਿੰਦੀ ਆ, ਇਹਨੇ ਫੇਰ ਭਾਂਬੜ ਮਚਾਉਣਾ ਹੀ ਮਚਾਉਣਾ ਜੀ। ਤੇ ਹੁਣ ਜਿੱਦਾਂ ਪੰਜਾਬ ਦੇ ਹਰ ਖੂੰਜੇ ਤੋਂ ਸੰਗਤ ਤੁਰ ਪਈ ਹੈ, ਕਿਸਾਨ, ਨੌਜਵਾਨ, ਬੱਚੇ, ਕਿਉਂਕਿ ਮੈਂ ਦੇਖਿਆ ਜਿੱਦਾਂ ਬੈਰੀਅਰ ਦੇ ਉੱਤੇ ਬੱਚਿਆਂ ਤੋਂ ਲੈ ਕੇ ਔਰਤਾਂ ਤੋਂ ਲੈ ਕੇ ਹਰ ਕੋਈ ਸੀ, ਜਿੰਨਾ ਜੋਸ਼ ਉਹਨਾਂ 'ਚ ਦੇਖਣ ਨੂੰ ਮਿਲਿਆ। ਬੈਰੀਅਰ ਚੱਕ ਕੇ ਉਹਨਾਂ ਨੇ ਥੱਲੇ ਦਰਿਆ 'ਚ ਮਾਰੇ, ਪੱਥਰ ਦੀਆਂ ਸਲੈਬਾਂ ਆਪ ਚੱਕ ਕੇ ਸਾਈਡ 'ਤੇ ਕੀਤੇ, ਟਿੱਪਰ ਸਾਈਡ ਕੀਤੇ। ਤੇ IG ਸਾਹਿਬ ਨਾਲ ਮੈਂ ਆਪ ਗੱਲ ਕੀਤੀ, ਉਹਨਾਂ ਨੇ 10 ਮਿੰਟ ਦਾ ਸਮਾਂ ਮੰਗਿਆ ਸੀ, ਮੈਂ ਪਰਸਨਲੀ ਗੱਲ ਕੀਤੀ ਸੀ। ਤੇ 10 ਮਿੰਟ ਤੱਕ ਜਦੋਂ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ, ਉਸ ਤੋਂ ਬਾਅਦ ਫਿਰ ਕਿਸਾਨਾਂ ਨੇ ਆਪਣਾ ਜੋਸ਼ ਦਿਖਾਇਆ, ਪਰ ਆਸੂ ਗੈਸ ਵੀ ਉੱਥੇ ਵਰਤੀ ਗਈ, ਕਿਸਾਨਾਂ ਦੇ ਨਾਲ ਧੱਕਾ ਮੁੱਕੀ ਵੀ ਹੋਈ। ਕੀ ਕਹੋਗੇ? ਦੇਖੋ, ਹੁਣ ਇਹਦੇ ਤਾਂ ਇਹੀ ਕਹਾਂਗੇ ਵੀ ਜਿਹੜੇ ਸੂਬਾ ਸਰਕਾਰਾਂ, ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਲੋਕ ਆਪਦੇ ਹੱਕਾਂ ਖਾਤਰ ਲੜ ਰਹੇ ਆ। ਤੁਸੀਂ ਤਾਂ ਸਾਥ ਦਿਓ। ਸਾਡੀ ਲੜਾਈ ਤਾਂ ਸੈਂਟਰ ਨਾਲ ਆ, ਤੁਹਾਡੇ ਨਾਲ ਤਾਂ ਕੋਈ ਲੜਾਈ ਨਹੀਂ ਆ। ਤੇ ਤੁਸੀਂ ਸਾਡੇ ਤੇ ਟੀਅਰ ਗੈਸ ਯੂਜ਼ ਕਰ ਰਹੇ ਹੋ, ਵਾਟਰ ਕੈਨਨਸ ਯੂਜ਼ ਕਰ ਰਹੇ ਹੋ। ਸੋ ਜਾਂ ਤਾਂ ਇਹਨਾਂ ਨੂੰ ਹੁਕਮ ਉੱਪਰੋਂ ਹੀ ਆਇਆ ਹੋਣਾ, ਗੱਲ ਤਾਂ ਹੀ ਆ। ਤੇ ਜੇ ਉੱਪਰੋਂ ਨਹੀਂ ਆਇਆ, ਜੇ ਆਪ ਕਰ ਰਹੇ ਆ, ਤਾਂ ਫਿਰ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਲੋਕਾਂ ਨੂੰ ਨਾ ਤੰਗ ਕਰੋ। ਲੋਕ ਕੋਈ ਇਹ ਮਤਲਬ ਕੋਈ ਟੈਰਰਿਸਟ ਥੋੜ੍ਹੀ ਆ, ਕਿਸਾਨ ਆ, ਆਮ। ਆਹ ਦੇਖ ਲਓ ਜਿਹੜੇ ਤੁਰੇ ਫਿਰਦੇ ਆ, ਆਮ ਘਰਾਂ ਦੇ ਸਾਰੇ ਮੁੰਡੇ ਆ, ਹੈ ਨਾ, ਬਜ਼ੁਰਗ। ਤੁਸੀਂ ਉਹਨਾਂ ਤੇ ਇਹੋ ਜਿਹਾ ਕੁਛ ਕਰ ਰਹੇ ਹੋ, ਯਾਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਸਭ ਕਰਦੇ ਹੋ। ਜਿੱਦਾਂ ਦਾ ਸਲੂਕ ਸਰਕਾਰਾਂ ਦਾ ਹੈਗਾ ਆ, ਉਹ ਸਲੂਕ ਕਹਿ ਸਕਦੇ ਹਾਂ ਕਿ ਇੱਦਾਂ ਜਾਪਦਾ ਹੈ ਕਿ ਜਿੱਦਾਂ ਕਿਸਾਨ ਬਹੁਤ ਵੱਡੇ ਗੁਨੇਗਾਰ ਹੋਣ ਜਾਂ ਜਿਨ੍ਹਾਂ ਨੇ ਬਹੁਤ ਵੱਡਾ ਜ਼ੁਲਮ ਕੀਤਾ ਹੋਵੇ, ਤੇ ਸਰਕਾਰਾਂ ਆਪਣਾ ਕੰਮ ਬਹੁਤ ਵਧੀਆ ਨਿਭਾ ਰਹੀਆਂ ਨੇ, ਕਰ ਰਹੀਆਂ ਨੇ। ਬੇਸ਼ੱਕ ਆਸੂ ਗੈਸ ਨਾਲ ਤੰਗ ਕੀਤਾ ਜਾਵੇ, ਬੈਰੀਅਰ ਲਾਏ ਜਾਣ, ਕਿਉਂਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਾ ਸਾਨੂੰ ਹੱਕ ਦਿੰਦੀ ਹੈ ਸਾਡੇ ਭਾਰਤ ਦਾ ਸੰਵਿਧਾਨ।
ਬਿਲਕੁਲ ਜੀ, ਪਰ ਉਹ ਸੰਵਿਧਾਨ ਦੀ ਇਹਨਾਂ ਨੂੰ ਪ੍ਰਵਾਹ ਤਾਂ ਸਰਕਾਰ ਨੂੰ ਹੀ ਨਹੀਂ ਹੈ ਨਾ। ਅਸੀਂ ਤਾਂ ਸੰਵਿਧਾਨਕ ਢੰਗ ਨਾਲ ਹੀ ਕਰ ਰਹੇ ਹਾਂ, ਅੱਜ ਤੱਕ ਸ਼ਾਂਤਮਈ ਚੱਲ ਰਹੇ ਹਾਂ, ਪਰ ਉਹਦੀ ਜਿਹੜੀ ਸੰਵਿਧਾਨ ਦਾ ਘਾਣ ਆ ਉਹ ਤਾਂ ਸਰਕਾਰ ਕਰੀ ਜਾਂਦੀ ਆ। ਤਾਂ ਹੀ ਤਾਂ ਲੋਕ ਤੰਗ ਆ, ਲੋਕਾਂ ਕੋਲੇ ਫੰਡਾਮੈਂਟਲ ਰਾਈਟਸ ਨਹੀਂ ਆ। ਅੱਜ ਜੇ ਤੁਹਾਡੇ ਸਿਵਲ ਰਾਈਟਸ ਹੀ ਖੋਲੇ ਜਾਣ ਫਿਰ ਲੋਕਾਂ ਨੇ ਨਹੀਂ ਟਿਕਣਾ। ਸੋ ਇਹ ਗੱਲ ਆ ਜਿਹੜੀ ਸਰਕਾਰ ਨੂੰ ਸਮਝਣੀ ਚਾਹੀਦੀ ਆ। ਸਰਕਾਰ ਨੇ ਜਿਸ ਤਰ੍ਹਾਂ ਇਸ ਅੰਦੋਲਨ ਨੂੰ ਹਜੇ ਤੱਕ ਹੈਂਡਲ ਕੀਤਾ, ਉਹ ਮੇਰੇ ਖਿਆਲ 'ਚ ਉਦੋਂ, ਜਦੋਂ ਆਪਾਂ ਜਿਹੜਾ ਮੈਂ ਲਫ਼ਜ਼ ਯੂਜ਼ ਕਰਾਂ ਵੀ ਉਦੋਂ ਜ਼ਿਆਦਾ ਤਰਾਸ ਦੀ ਜੇ ਡੈਮੋਕ੍ਰੇਸੀ ਦੀ ਜਿਹੜੀ ਸਰਕਾਰ ਆ ਉਹਦੇ ਲਈ ਨਹੀਂ ਹੋ ਸਕਦੀ। ਉਹਨਾਂ ਨੇ ਅੰਦੋਲਨ ਨੂੰ ਬਹੁਤ ਹੀ ਗੈਰ ਜ਼ਿੰਮੇਦਾਰਾਨਾ ਢੰਗ ਨਾਲ ਹੈਂਡਲ ਕੀਤਾ ਜੀ। ਹਜੇ ਤੱਕ ਅੰਦੋਲਨ ਨੂੰ ਬਹੁਤ ਗੈਰ ਜ਼ਿੰਮੇਦਾਰਾਨਾ ਢੰਗ ਨਾਲ ਹੈਂਡਲ ਕੀਤਾ। ਦੀਪ ਸਿੱਧੂ ਮੋਰਚੇ ਤੋਂ ਬਾਅਦ ਅੱਜ ਦਿੱਲੀ ਨੂੰ ਚਾਲੇ ਪਾ ਲਏ ਨੇ, ਜੋ ਕਿਹਾ ਸੀ ਉਹ ਅਸੀਂ ਕਰ ਰਹੇ ਹਾਂ। ਪਰ ਬਹੁਤ ਸਾਰੀਆਂ ਜਥੇਬੰਦੀਆਂ ਹੋਰ ਨੇ, ਬਹੁਤ ਸਾਰੇ ਆਗੂ ਅਜਿਹੇ ਨੇ ਜਿਨ੍ਹਾਂ ਨੂੰ ਕਿਹਾ ਸੀ ਅਸੀਂ ਕਿ ਉਹ ਵੀ ਸਿਰ ਜੋੜਨ ਤੇ ਦਿੱਲੀ ਨਾਲ ਚੱਲਣ, ਪਰ ਉਹਨਾਂ ਵਿੱਚੋਂ ਅੱਜ ਕੋਈ ਆਗੂ ਸਾਨੂੰ ਨਜ਼ਰ ਨਹੀਂ ਆ ਰਿਹਾ ਨਾਲ। ਨਹੀਂ ਜੀ, ਆਉਣਗੇ, ਸਾਰੇ ਆਉਣਗੇ। ਅਸੀਂ ਤਾਂ ਜੋ ਅਸੀਂ ਆਪ ਕਰ ਸਕਦੇ ਹਾਂ। ਸ਼ੰਭੂ ਮੋਰਚੇ ਦੀ ਸਾਰੀ ਟੀਮ ਆ, ਬਾਈ ਹਰਪ੍ਰੀਤ ਆ, ਪਿੱਛੇ ਬਰਾੜ ਸਾਹਿਬ ਆ ਰਹੇ ਆ, ਯੋਗਾ ਸਿੰਘ ਜੀ ਆ ਰਹੇ ਆ, ਅਸੀਂ ਤਾਂ ਸਾਰੇ ਤੁਰ ਪਏ ਆ ਜੀ, ਹੈ ਨਾ। ਸੋ ਬਾਕੀ ਜਿੱਥੇ ਕੋਈ ਮੋਰਚਾ, ਜਿੱਥੇ ਕੋਈ ਧਰਨਾ, ਜਿਹੜੇ ਆਗੂ ਆ ਉਹ ਆਪਦੇ ਜੱਥਿਆਂ 'ਚ ਤੁਰ ਪਿਆ। ਅਸੀਂ ਵੱਖਰੇ ਜੱਥੇ ਬਣਾ ਕੇ ਤੁਰੇ ਆ, ਕਿਉਂਕਿ ਇੱਕ ਰਣਨੀਤੀ ਵੀ ਹੁੰਦੀ ਆ ਵੀ ਤੁਸੀਂ ਇੱਕ ਜੱਥੇ 'ਚ ਨਾ ਤੁਰੋ। ਜੱਥੇ ਵੱਖਰੇ ਹੋਣੇ ਚਾਹੀਦੇ ਆ ਤਾਂ ਕਿ ਇੱਕ ਜੱਥਾ ਇੱਕ ਸਿਚੁਏਸ਼ਨ ਨੂੰ ਹੈਂਡਲ ਕਰੇ, ਦੂਜਾ ਜੱਥਾ ਉਹਦੀ ਪਿੱਛੇ ਇੱਕ ਇਨਫੋਰਸਮੈਂਟ ਦੀ ਤਰ੍ਹਾਂ ਕੰਮ ਕਰੇ। ਸੋ ਐਂ 2-3 ਜੱਥਿਆਂ 'ਚ ਅਸੀਂ ਤੁਰੇ ਆ ਤੇ ਬਸ ਤੁਰ ਪਏ ਆ ਫਿਰ ਦਿੱਲੀ ਨੂੰ। ਸ਼ੰਭੂ ਮੋਰਚੇ ਦਾ ਜੱਥਾ ਤਾਂ ਪੂਰਾ ਤੁਰ ਪਿਆ, ਉਹ ਤਾਂ ਪਤਾ ਹੈ, ਪਰ ਜਿਹੜੇ ਹਾਜ਼ਰੀਆਂ ਲਵਾ ਕੇ ਸ਼ੰਭੂ ਮੋਰਚੇ ਤੇ ਗਏ ਨੇ, ਬੇਸ਼ੱਕ ਸੁਖਪਾਲ ਸਿੰਘ ਖਹਿਰਾ ਹੋਣ, ਬੈਂਸ ਬ੍ਰਦਰ ਹੋਣ, ਜਾਂ ਹੋਰ XY ਜਿਹੜੇ ਲੀਡਰਸ ਨੇ ਸਾਡੇ, ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ ਕਿ ਉਹ ਜੋ ਗੱਲਾਂ ਕਰਕੇ ਗਏ, ਤੁਹਾਨੂੰ ਲੱਗਦਾ ਹੈ ਵੀ ਉਹ ਵੀ ਦਿੱਲੀ ਜਾ ਕੇ ਤੁਹਾਡੇ ਨਾਲ ਬਰਾਬਰੀ ਤੇ ਬੈਠਣਗੇ ਜਿੰਨੀਆਂ ਗੱਲਾਂ ਕਰਕੇ ਗਏ? ਹਾਂਜੀ, ਅਸੀਂ ਤਾਂ ਆਸ ਇਹੀ ਕਰਦੇ ਹਾਂ। ਸਾਡੀ ਸਾਰੀ ਪੋਲੀਟੀਕਲ ਕਲਾਸ ਆ ਜਿਹੜੀ ਪੰਜਾਬ ਦੀ, ਉਹਨਾਂ ਤੋਂ ਆਸ ਇਹੀ ਕਰਦੇ ਹਾਂ ਵੀ ਆਓ ਦਿੱਲੀ ਨੂੰ, ਉੱਥੇ ਆਓ, ਬੈਠੋ ਸਾਡੇ ਨਾਲ, ਆਪਾਂ ਦਿੱਲੀ ਮੋਰਚਾ ਕੱਢੀਏ। ਹੁਣ ਕਦੋਂ ਤੱਕ ਪੰਜਾਬ ਬੈਠੇ ਰਹਾਂਗੇ? ਹੁਣ ਪ੍ਰੈਸ਼ਰ ਪੁਆਇੰਟਸ ਸਾਨੂੰ ਚੇਂਜ ਕਰਨੇ ਪੈਣੇ ਆ, ਨਵੀਂ ਰਣਨੀਤੀ ਡਿਫਾਈਨ ਕਰਕੇ ਨਵੇਂ ਢੰਗ ਅਪਣਾਉਣੇ ਪੈਣੇ ਆ, ਕਿਉਂਕਿ ਜਿਹੜੀ ਸਰਕਾਰ ਨਾਲ ਲੜ ਰਹੇ ਆ ਉੱਥੇ ਲਿਟਰਲੀ ਇਹ ਜਜ਼ਬਾ ਜ਼ਰੂਰੀ ਆ। ਉਹ ਸਰਕਾਰ ਨੇ ਅਦਰਵਾਈਜ਼ ਮੰਨਣਾ ਨਹੀਂ। ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀ ਜਿਹੜੀ ਸੰਗਤ ਇਸ ਵੇਲੇ ਦੇਖ ਰਹੀ ਹੈ, ਕਿਉਂਕਿ ਦੀਪ ਸਿੱਧੂ ਪੈਦਲ ਹੀ ਜਾ ਰਹੇ ਨੇ। ਅਸੀਂ ਅੰਬਾਲਾ ਆਲਮੋਸਟ ਪਹੁੰਚ ਚੁੱਕੇ ਹਾਂ ਤੇ ਅੰਬਾਲਾ ਰੇਲਵੇ ਸਟੇਸ਼ਨ ਸਾਹਮਣੇ, ਅੰਬਾਲਾ ਕ੍ਰਾਸ ਕਰ ਚੁੱਕੇ ਹਾਂ, ਰੇਲਵੇ ਸਟੇਸ਼ਨ ਸਾਹਮਣੇ ਸਾਨੂੰ ਨਜ਼ਰ ਆ ਰਿਹਾ ਹੈ। ਤੇ ਸੰਗਤ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜੀ ਆਵਾਮ ਅਜੇ ਵੀ ਘਰਾਂ 'ਚ ਬੈਠੀ ਹੈ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਸੰਗਤ ਨੂੰ ਤਾਂ ਮੈਂ ਇਹੀ ਕਹਿਣਾ ਜੀ, ਸਾਨੂੰ ਜਿਵੇਂ ਕੌਮਾਂਤਰੀ ਸਪੋਰਟ ਵੀ ਚਾਹੀਦੀ ਆ, ਹੈ ਨਾ। ਉਹਨਾਂ ਨੇ ਸਾਡੀ ਇੰਟਰਨੈਸ਼ਨਲ ਮੀਡੀਆ ਦੇ ਥਰੂ ਉੱਥੇ ਆਵਾਜ਼ ਬੁਲੰਦ ਕਰਨੀ ਆ, ਤੇ ਨਾਲ ਜਿਹੜੀ ਇੱਥੇ ਉਹਨਾਂ ਦੇ ਸਾਰੇ ਰਿਸ਼ਤੇਦਾਰ ਬੈਠੇ ਆ, ਉਹਨਾਂ ਨੂੰ ਕਹੋ ਇਸ ਅੰਦੋਲਨ 'ਚ ਆ ਕੇ ਇਹਦਾ ਹਿੱਸਾ ਬਣ। ਸਾਨੂੰ ਇੱਕ ਬੰਦਾ ਕੀਮਤੀ ਆ ਸਾਡੇ ਲਈ, ਇੱਕ ਬੰਦਾ ਜ਼ਰੂਰੀ ਆ ਸਾਡੇ ਲਈ। ਸੋ ਮੇਰੀ ਤਾਂ ਅਪੀਲ ਇਹੀ ਹੈ ਜੀ ਵੀ ਸਾਡੇ ਪੰਜਾਬ ਦੀ ਹੋਂਦ ਦੀ ਲੜਾਈ ਆ, ਤੇ ਜੇ ਆਪਾਂ ਆਲ ਇੰਡੀਆ ਲੈਵਲ ਤੇ ਦੇਖੀਏ ਤਾਂ ਕਿਸਾਨਾਂ ਦੇ ਲਈ ਉਹਨਾਂ ਦੀ ਜ਼ਮੀਨਾਂ ਦੀ ਲੜਾਈ ਆ, ਉਹਨਾਂ ਦੀ ਧਰਤੀ ਦੀ ਲੜਾਈ ਆ। ਸੋ ਇਸ ਕਰਕੇ ਇਸ ਲੜਾਈ ਨੂੰ ਲੜਨ ਲਈ ਔਖ ਤਾਂ ਝੱਲਣੀ ਪਊ, ਤੇ ਜਜ਼ਬਾ ਬੜਾ ਚਾਹੀਦਾ ਸਾਡੇ ਅੰਦਰ। ਜੇ ਉਹ ਨਹੀਂ ਹੋਊਗਾ ਫਿਰ ਇਹ ਲੜਾਈ ਲੜਨੀ ਬੜੀ ਔਖੀ ਆ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।